ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸਿੱਖੋ ਸ਼ਬਦ ਪਿਆਰੇ ਹੋ, ਜਨਮ ਮਰਨ ਕੀ ਟੇਕ। ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ। ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ। ਜਿਹੋ ਜਾਣਾ ਆਖਾ ਨਾਹੀ, ਕਹਿਣਾ ਕਥਨ ਨ ਜਾਈ। ਗੁਰਾ ਇਕ ਦੇਹ 부ਝਾਈ, ਸਭਨਾ ਜੀਆਂ ਕਾ ਇਕ ਦਾਤਾ। ਸੋ ਮੈਂ ਵਿਸਰ ਨ ਜਾਈ, ਸਭਨਾ ਜੀਆਂ ਕਾ ਇਕ ਦਾਤਾ। ਸੋ ਮੈਂ ਵਿਸਰ ਨ ਜਾਈ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਕੂੰ, ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਮਹਿਮਾ ਬਰਨ ਨ ਸਕੂੰ, ਤੂੰ ਠਾਕੁਰ ਊਚ ਭਗਵਾਨਾ। ਜੁਗੋ ਜੁਗ ਅਟਲ ਸਤਿਗੁਰੂ ਗੁਰਗੱਦੀ ਤੇ ਸੁਭਾਈਮਾਨ ਦਸਾਂ ਪਾਤਸ਼ਾਹੀਆਂ ਦੀ ਜੋਤ ਸਤਿਗੁਰੂ ਗਰੀਬ ਨਵਾਜ ਭਗਤ ਵਚਲ ਪਤਿਤ ਪਾਵਨ ਕਰੁਣਾ ਨਿਧਾਨ ਉਪਮਾ ਮਹਾਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਮੁਬਾਰਕ ਹਜ਼ੂਰੀ ਵਿਖੇ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਰੂਪ ਸਾਧ ਸੰਗਤ, ਸਤਿਗੁਰੂ ਜੀ ਨੇ ਬੇਅੰਤ ਰਹਿਮਤਾਂ ਬਖਸ਼ਿਸ਼ਾਂ ਵਰਤਾਈਆਂ ਹਨ। ਸਾਨੂੰ ਆਪਣੀ ਪਾਵਨ ਸੁਭਾਗੀ ਗੋਦ ਅੰਮ੍ਰਿਤਮਈ ਗੋਦ ਦੀ ਹਜ਼ੂਰੀ ਦੀ ਦਾਤ ਬਖਸ਼ੀ ਔਰ ਗੁਰੂ ਦਰਬਾਰ ਗੁਰੂ ਸੰਗਤ ਦਾ ਆਨੰਦ ਮਾਣਦੇ ਹੋਏ ਪਾਵਨ ਪਵਿੱਤਰ ਬਾਣੀ ਇਲਾਹੀ ਬਾਣੀ ਸਾਚੀ ਧੁਰ ਕੀ ਅੰਮ੍ਰਿਤਮਈ ਬਾਣੀ ਦੇ ਸ਼ਬਦ ਕੀਰਤਨ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਪਿਆਰ ਔਰ ਸਤਿਕਾਰ ਸਹਿਤ ਆਪ ਜੀ ਨੇ ਸ਼ਰਵਣ ਕੀਤੇ ਹਨ। ਇਹਨਾਂ ਘੜੀਆਂ ਨੂੰ ਸਫਲਾ ਬਣਾਇਆ, ਸਕਾਰਤ ਬਣਾਇਆ ਹੈ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ, ਨਿਰਮਲ ਭਏ ਚੀਤਾ। ਇਹ ਪਾਵਨ ਬਚਨ ਕੀਰਤਨ ਰੂਪ 'ਚ ਆਪ ਜੀ ਨੇ ਸ਼ਰਵਣ ਕੀਤੇ ਉਪਰੰਤ ਆਓ ਗੁਰਬਾਣੀ ਵਿਚਾਰ ਦੇ ਨਾਲ ਜੁੜੀਏ। ਭਗਤ ਕਬੀਰ ਸਾਹਿਬ ਜੀ ਵੱਲੋਂ
ਜੋ ਸ਼ਲੋਕਾਂ ਦੇ ਰੂਪ ਦੇ ਵਿੱਚ ਸਾਨੂੰ ਪਾਵਨ ਪਵਿੱਤਰ ਬਚਨ ਗਿਆਨ ਬਖਸ਼ਿਸ਼ ਕੀਤਾ ਗਿਆ ਹੈ। ਤਿੰਨਾਂ ਪਾਵਨ ਪਵਿੱਤਰ ਬਚਨਾਂ ਦੇ ਵਿਚਾਰ ਦੀ ਸਾਂਝ ਪਾਈਏ। ਸਭ ਤੋਂ ਪਹਿਲਾਂ ਸਰਬੰਸ ਦਾਨੀ ਅੰਮ੍ਰਿਤ ਦੇ ਦਾਤੇ ਦਸਮ ਪਾਤਸ਼ਾਹ ਜੀ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ। ਅਦਬ ਸਹਿਤ ਪਿਆਰ ਸਤਿਕਾਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ 72 ਸ਼ਲੋਕਾਂ ਤੱਕ ਦੀ ਵਿਚਾਰ ਪਿਛਲੀਆਂ ਦੀਵਾਨਾਂ 'ਚ ਆਪ ਜੀ ਨੇ ਸ਼ਰਵਣ ਕੀਤੀ ਹੈ। ਔਰ ਕੱਲ੍ਹ ਜਿੱਥੋਂ ਆਪਾਂ ਵਿਚਾਰ ਨੂੰ ਸੰਕੋਚਿਆ ਸੀ 72 ਨੰਬਰ ਸ਼ਲੋਕ, ਉਸ ਸ਼ਲੋਕ ਰਾਹੀਂ ਕਬੀਰ ਜੀ ਨੇ ਸਾਨੂੰ ਸਮਝਾਇਆ ਕਿ ਜਿਵੇਂ ਗੰਨਾ ਹੈ ਉਹਦੇ 'ਚ ਰਸ ਹੈ ਅਤੇ ਉਸ ਰਸ ਕਰਕੇ ਗੰਨੇ ਨੂੰ ਕੋਹਲੂ 'ਚ ਪਾ ਕੇ ਵੇਲਣੇ 'ਚ ਪਾ ਕੇ ਪੀੜਿਆ ਜਾਂਦਾ ਹੈ। ਬਹੁਤ ਤਰ੍ਹਾਂ ਦਾ ਕਸ਼ਟ ਉਹਨੂੰ ਸਹਿਣਾ ਪੈਂਦਾ ਹੈ। ਕਾਰਨ ਕੀ ਹੈ? ਉਹਦੇ ਕੋਲ ਮਿਠਾਸ ਦਾ ਰਸ ਦਾ ਗੁਣ ਹੈ। ਇਸੇ ਤਰ੍ਹਾਂ ਜਿਹੜਾ ਮਨੁੱਖ ਗੁਣ ਵਾਲਾ ਹੈ, ਗੁਣਵਾਨ ਮਨੁੱਖ ਹੈ, ਉਹਦਾ ਰਸਤਾ ਵੀ ਕੋਈ ਸੌਖਾ ਨਹੀਂ ਹੈ। ਉਹਨੂੰ ਬਹੁਤ ਤਰ੍ਹਾਂ ਦੇ ਕਸ਼ਟ ਸਹਿਣੇ ਪੈਂਦੇ ਹਨ। ਸੱਚਾਈ ਦੇ ਰਸਤੇ 'ਤੇ ਤੁਰਦਿਆਂ, ਭਲਾਈ ਦੇ ਰਸਤੇ 'ਤੇ ਤੁਰਦਿਆਂ, ਗੁਣਾਂ ਦੇ ਰਸਤੇ 'ਤੇ ਤੁਰਦਿਆਂ, ਪਰ ਫਿਰ ਵੀ ਉਹਦੀ ਵਡਿਆਈ ਹੈ। ਬੇਸ਼ੱਕ ਉਹਨੂੰ ਇਸ ਰਾਹ 'ਤੇ ਤੁਰਦਿਆਂ ਕਸ਼ਟ ਸਹਾਰਨੇ ਪੈਂਦੇ ਹਨ। ਅਤੇ ਹੁਣ ਜੇ ਕੋਈ ਮਨੁੱਖ ਇਹ ਗੁਣਾਂ ਦੇ ਰਸਤੇ 'ਤੇ ਚੱਲਦਿਆਂ ਆਉਣ ਵਾਲੇ ਕਸ਼ਟਾਂ ਤੋਂ, ਸੰਕਟਾਂ ਤੋਂ, ਪਰੇਸ਼ਾਨੀਆਂ ਤੋਂ ਡਰਦਿਆਂ ਕਵੇ ਕਿ ਮੈਂ ਗੁਣ ਹੀ ਧਾਰਨ ਨਹੀਂ ਕਰਨੇ ਅਤੇ ਅਵਗੁਣਾਂ 'ਚ ਹੀ ਬੰਦਾ ਫਸਿਆ ਰਵੇ, ਅਤੇ ਫਿਰ ਕਬੀਰ ਸਾਹਿਬ ਕਹਿੰਦੇ ਅਵਗੁਣ ਯਾਰੇ ਮਾਨਸੈ ਭਲੋ ਨ ਕਹਿ ਕੋਏ। ਵਡਿਆਈ ਤੇ ਆਖਰ ਗੁਣਵਾਨ ਦੀ ਹੈ, ਸ਼ੋਭਾ ਤੇ ਗੁਣਵਾਨ ਦੀ ਹੈ। ਜਿਹੜਾ ਮਨੁੱਖ ਅਵਗੁਣਾਂ ਦੇ ਨਾਲ ਭਰਿਆ ਹੈ ਉਹਨੂੰ ਕੋਈ ਭਲਾ ਨਹੀਂ ਜੇ ਕਹਿੰਦਾ, ਉੱਤਮ ਨਹੀਂ ਕਹਿੰਦਾ, ਚੰਗਾ ਨਹੀਂ ਕਹਿੰਦਾ। ਇਹਦੇ ਤੋਂ ਅੱਗੇ ਅੱਜ ਕਬੀਰ ਸਾਹਿਬ ਜੀ 73 ਨੰਬਰ ਸ਼ਲੋਕ ਰਾਹੀਂ ਮਨੁੱਖਾ ਜੀਵਨ ਦੀ ਜੋ ਸੱਚਾਈ ਹੈ, ਹਕੀਕਤ ਹੈ, ਉਹ ਸਾਨੂੰ ਸਮਝਾਉਂਦੇ ਨੇ। ਕਬੀਰ ਗਾਗਰ ਜਲ ਭਰੀ ਆਜ ਕਾਲ ਜੈ ਹੈ ਫੂਟ। ਇਹ ਜਿਹੜਾ ਸਰੀਰ ਹੈ ਇਹ ਕਬੀਰ ਸਾਹਿਬ ਕਹਿੰਦੇ ਮਾਨੋ ਮਿੱਟੀ ਦੇ ਭਾਂਡੇ ਦੀ ਤਰ੍ਹਾਂ ਹੈ, ਮਿੱਟੀ ਦੀ ਬਣੀ ਹੋਈ ਗਾਗਰ ਦੀ ਤਰ੍ਹਾਂ ਹੈ, ਪਾਣੀ ਦੇ ਨਾਲ ਭਰਿਆ ਹੈ, ਸਵਾਸਾਂ ਰੂਪੀ ਪਾਣੀ ਹੈ ਇਹਦੇ ਅੰਦਰ, ਔਰ ਮਿੱਟੀ ਦਾ ਬਣਿਆ ਹੋਇਆ ਹੈ ਇਹ ਪੰਜ ਭੂਤਕ ਸਰੀਰ। ਅਤੇ ਇਹਦੀ ਸੱਚਾਈ ਇਹ ਆ ਕਿ ਇਹ ਇੱਕ ਨਾ ਇੱਕ ਦਿਨ ਇਹਨੇ ਬਿਨਸ ਜਾਣਾ ਹੈ, ਟੁੱਟ ਜਾਣਾ ਹੈ, ਕੱਚਾ ਭਾਂਡਾ ਹੈ। और क्या बिसासा इस भांडे का इतना को लागै ठनका। कच्चे भांडे का कोई भरोसा नहीं हुंदा है। भाई गुरदास साहब जी का एक जगह ते बचन है, वो कहिंदे बर्तन लोहे का होवे, तांबे का होवे, कहें का होवे, हथ चों डिग जावे ते डिग के हो सकता है भांडे दे कोई चिब पै गया, ਉਹਨੂੰ ਦੁਬਾਰਾ ਵਰਤਿਆ ਜਾ ਸਕਦਾ ਹੈ। ਕਿੰਨੀ ਵਾਰੀ ਉਹ ਭਾਂਡਾ ਡਿੱਗਦਾ ਹੈ, ਕਿੰਨੇ ਚਿੱਬ ਪੈਂਦੇ ਨੇ, ਉਹਨੂੰ ਦੁਬਾਰਾ ਫਿਰ ਆਪਾਂ ਵਰਤੀ ਜਾਂਦੇ ਹਾਂ। ਵੱਧ ਤੋਂ ਵੱਧ ਉਹਦੇ 'ਚ ਪਿਆ ਹੋਇਆ ਚਿੱਬ ਠੀਕ ਕਰ ਲਿਆ ਗਿਆ। ਪਰ ਭਾਈ ਗੁਰਦਾਸ ਸਾਹਿਬ ਕਹਿੰਦੇ ਮਿੱਟੀ ਦਾ ਭਾਂਡਾ ਜੇ ਇੱਕ ਵਾਰੀ ਹੱਥੋਂ ਡਿੱਗ ਪਿਆ ਫਿਰ ਉਹ ਟੁਕੜੇ ਟੁਕੜੇ ਹੁੰਦਾ ਹੈ, ਉਦੋਂ ਬਾਅਦ ਉਹਨੂੰ ਵਰਤਿਆ ਨਹੀਂ ਜਾ ਸਕਦਾ ਹੈ। ਤੇ ਇਸੇ ਤਰ੍ਹਾਂ ਇਹ ਸਰੀਰ ਦੀ, ਇਸ ਜੀਵਨ ਦੀ ਹਕੀਕਤ ਹੈ। ਔਰ ਕੇਵਲ ਇੱਥੇ ਹੀ ਨਹੀਂ, ਪਿੱਛੇ ਵੀ ਕਬੀਰ ਸਾਹਿਬ ਨੇ ਕਿੰਨੇ ਸਲੋਕਾਂ ਰਾਹੀਂ ਇਹ ਸੱਚ ਸਾਨੂੰ ਸਮਝਾਇਆ, ਆਪਣੇ ਸ਼ਬਦਾਂ ਰਾਹੀਂ ਉਹਨਾਂ ਨੇ ਇਹ ਸੱਚ ਸਾਨੂੰ ਸਮਝਾਇਆ। ਕੱਲ੍ਹ ਵੀ ਇੱਕ ਉਹਨਾਂ ਦੇ ਬਚਨ ਆਪਾਂ ਪੜ੍ਹੇ ਸਨ,
ਕਾਇਆ ਹਾਂਡੀ ਕਾਠ ਕੀ ਉਹ ਨਾ ਚਰੈ ਬਹੋਰ। ਕਹਿੰਦੇ ਜਿਵੇਂ ਲੱਕੜ ਦਾ ਬਣਿਆ ਹੋਇਆ ਭਾਂਡਾ ਹੈ, ਕੋਈ ਹਾਂਡੀ ਹੈ, ਉਹਨੂੰ ਅੱਗ 'ਤੇ ਰੱਖਿਆ ਤੇ ਪਹਿਲੀ ਵਾਰ ਹੀ ਉਸ ਲੱਕੜ ਦੇ ਬਣੇ ਹੋਏ ਭਾਂਡੇ ਨੂੰ ਅੱਗ ਨੇ ਸਾੜ ਕੇ ਸੁਆਹ ਕਰ ਦੇਣਾ, ਦੂਜੀ ਵਾਰੀ ਉਹ ਹਾਂਡੀ ਚੁੱਲ੍ਹੇ 'ਤੇ ਚੜ੍ਹਨ ਜੋਗੀ ਨਹੀਂ ਰਹਿੰਦੀ ਜੇ। ਇਸੇ ਤਰ੍ਹਾਂ ਇਹ ਜੀਵਨ ਹੈ, ਇੱਕ ਵਾਰ ਮਿਲਿਆ ਮੁੱਕ ਗਿਆ, ਦੁਬਾਰਾ ਨਹੀਂ ਮਿਲਣ ਵਾਲਾ। ਜਿਉ ਬਨ ਫਲ ਪਾਕੈ ਭੋਏ ਗਿਰੈ, ਬਹੁਰ ਨਾ ਲਾਗੈ ਡਾਰ। ਕਬੀਰ ਸਾਹਿਬ ਕਹਿੰਦੇ ਇਹ ਜੀਵਨ ਕੱਚੇ ਮਿੱਟੀ ਦੇ ਭਾਂਡੇ ਦੀ ਤਰ੍ਹਾਂ ਹੈ, ਜਿਹੜਾ ਸਵਾਸਾਂ ਰੂਪੀ ਪਾਣੀ ਦੇ ਨਾਲ ਭਰਿਆ ਹੈ। ਇਹਦਾ ਬਿਨਸਣਾ ਅਟੱਲ ਹੈ, ਇਹਨੂੰ ਬਚਾ ਕੇ ਵੀ ਭਾਵੇਂ ਜਿੰਨਾ ਮਰਜ਼ੀ ਰੱਖਣ ਦਾ ਯਤਨ ਕਰੀਏ ਪਰ ਇਹ ਬਚ ਨਹੀਂ ਸਕਦਾ। ਇੱਕ ਇੱਕ ਸਾਹ ਦੇ ਨਾਲ ਇਹਦਾ ਅੰਦਰਲਾ ਪਾਣੀ ਵੀ ਘਟ ਰਿਹਾ ਹੈ। ਗੁਰੂ ਤੇਗ ਬਹਾਦਰ ਜੀ ਮਹਾਰਾਜ, ਉਹਨਾਂ ਨੇ ਆਪਣੇ ਸ਼ਬਦਾਂ ਰਾਹੀਂ, ਸਲੋਕਾਂ ਰਾਹੀਂ ਇਹੀ ਜੀਵਨ ਦੀਆਂ ਸੱਚਾਈਆਂ ਸਾਡੇ ਸਾਹਮਣੇ ਰੱਖੀਆਂ ਹਨ ਔਰ ਪਰਮਾਤਮਾ ਨੂੰ ਜਪਣ ਦਾ ਉਪਦੇਸ਼ ਦਿੱਤਾ ਕਿ ਸਾਰਾ ਕੁਝ ਜੋ ਇਹ ਦ੍ਰਿਸ਼ਟਮਾਨ ਹੈ, ਸਮੇਂ ਮੁਤਾਬਕ, ਆਪਣੀ ਵਾਰੀ ਮੁਤਾਬਕ ਹਰ ਚੀਜ਼ ਬਿਨਸਨਹਾਰ ਹੈ, ਹਰ ਚੀਜ਼ ਚਲਾਏਮਾਨ ਹੈ। ਜੇ ਕੇਵਲ ਥਿਰ ਰਹਿਣ ਵਾਲੀ ਕੋਈ ਚੀਜ਼ ਹੈ, ਉਹ ਕੇਵਲ ਅਕਾਲ ਪੁਰਖ ਤੇ ਅਕਾਲ ਪੁਰਖ ਦਾ ਨਾਮ ਹੈ। ਉਹਦੇ ਤੋਂ ਬਿਨਾਂ ਜੋ ਦ੍ਰਿਸ਼ਟਮਾਨ ਹੈ ਸਭ ਬਿਨਸਨਹਾਰ ਹੈ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਦ ਬਿਹਾਤ ਹੈ, ਫੂਟੇ ਘਟ ਜਿਉ ਪਾਣੀ। ਜਾਂ ਉਹਨਾਂ ਦੇ ਆਪਾਂ ਬਚਨ ਪੜ੍ਹਦੇ ਹਾਂ, ਬੀਤ ਜੈ ਹੈ, ਬੀਤ ਜੈ ਹੈ, ਜਨਮ ਅਕਾਜ ਰੇ। ਮਹਾਰਾਜ ਕਹਿੰਦੇ ਤੇਰਾ ਜਨਮ ਲੰਘਦਾ ਜਾ ਰਿਹਾ ਹੈ ਤੇ ਵਿਅਰਥ ਹੀ ਲੰਘਦਾ ਜਾ ਰਿਹਾ ਹੈ। ਨਿਸ ਦਿਨ ਸੁਣ ਕੇ ਪ੍ਰਾਣ, ਸਿਮਰਤ ਨਾ ਕਿਉਂ ਅਜਾਣ, ਕਾਲ ਤੋਂ ਪਹੁੰਚਿਓ ਆਨ, ਕਹਾਂ ਜੈ ਹੈ ਭਾਜਰੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਇਹ ਨਹੀਂ ਕਿ ਬੰਦੇ ਨੂੰ ਸਮਝ ਨਹੀਂ ਹੈ, ਇਹ ਦਿਨ ਰਾਤ ਧਾਰਮਿਕ ਗ੍ਰੰਥਾਂ ਨੂੰ ਪੜ੍ਹਦਾ ਹੈ, ਸੁਣਦਾ ਹੈ, ਉਹਨਾਂ ਵਿਚਲੀਆਂ ਵਿਚਾਰਾਂ ਨੂੰ ਇਹਨੇ ਬੜੀ ਵਾਰ ਸੁਣਿਆ ਹੈ ਪਰ ਸਮਝਦਾ ਨਹੀਂ ਹੈ। ਜਾਣਨ ਦੇ ਬਾਵਜੂਦ ਬੰਦਾ ਅਗਿਆਨੀ ਹੈ। ਨਿਸ ਦਿਨ ਸੁਣ ਕੇ ਪੁਰਾਣ, ਸਿਮਰਤ ਨਹਿਰੇ ਅਜਾਣ, ਕਾਲ ਤੋਂ ਪਹੁੰਚਿਓ ਆਣ। ਮਹਾਰਾਜ ਕਹਿੰਦੇ ਕਾਲ ਤਾਂ ਸਮਝ ਪਹੁੰਚਿਆ ਹੀ ਪਹੁੰਚਿਆ ਹੈ, ਪਹੁੰਚਿਆ ਹੈ। ਬਸ ਜਿਹੜੇ ਰੱਬੀ ਪਿਆਰੇ, ਜਿਨ੍ਹਾਂ ਨੇ ਬਾਣੀ ਨੂੰ ਵਿਚਾਰਿਆ, ਹਿਰਦੇ 'ਚ ਵਸਾਇਆ, ਉਹ ਇਸ ਅਹਿਸਾਸ ਦੇ ਨਾਲ ਜਿਉਂਦੇ ਹਨ ਕਿ ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਹਤ ਨਾ ਜਾਣਾ। ਤੇ ਜਿਨ੍ਹਾਂ ਨੇ ਧਰਮ ਨੂੰ ਨਹੀਂ ਸਮਝਿਆ, ਸੱਚ ਨੂੰ ਨਹੀਂ ਸਮਝਿਆ, ਉਹ ਸੋਚਦੇ ਹਨ ਕਿ ਸ਼ਾਇਦ ਅਸੀਂ ਇੱਥੇ ਹਮੇਸ਼ਾ ਰਹਿਣਾ ਹੈ। ਉਹਨਾਂ ਦਾ ਜਿਉਣਾ ਵੱਖਰੀ ਕਿਸਮ ਦਾ ਜਿਉਣਾ ਹੈ, ਜਿਹੜੇ ਸੱਚ ਤੋਂ ਮੂੰਹ ਮੋੜ ਕੇ ਬੈਠੇ ਹਨ, ਤੇ ਜਿਹੜੇ ਸੱਚ ਨੂੰ ਧਾਰ ਕੇ ਜਿਉਂਦੇ ਹਨ, ਉਹਨਾਂ ਦਾ ਜਿਉਣਾ ਬਿਲਕੁਲ ਵੱਖਰਾ ਜਿਉਣਾ ਹੈ, ਬਿਲਕੁਲ ਵੱਖਰਾ। ਮਹਾਰਾਜ ਕਹਿੰਦੇ ਨਿਸ ਦਿਨ ਸੁਣ ਕੇ ਪ੍ਰਾਣ, ਸਮਝਤ ਨਹਿਰੇ ਅਜਾਣ, ਕਾਲ ਤੋਂ ਪਹੁੰਚਿਓ ਆਣ, ਕਹਾਂ ਜੈ ਹੈ ਭਾਜਰੇ। ਹੁਣ ਬੰਦਾ ਮੌਤ ਤੋਂ ਭੱਜ ਕਿਤੇ ਨਹੀਂ ਸਕਦਾ। ਅਸਲ 'ਚ ਸਾਡਾ ਭੱਜਣਾ ਵੀ ਮੌਤ ਵਾਲੇ ਪਾਸੇ ਹੀ ਜਾਣਾ ਹੁੰਦਾ ਹੈ, ਕਿਉਂਕਿ ਮੌਤ ਦਾ ਸਮਾਂ, ਸਥਾਨ ਤੇ ਕਾਰਨ ਨਿਸ਼ਚਿਤ ਹੁੰਦਾ ਹੈ। ਤੇ ਜਦੋਂ ਇਹ ਤਿੰਨੇ ਚੀਜ਼ਾਂ ਐਨ ਪ੍ਰੋਪਰ ਹੋ ਜਾਂਦੀਆਂ ਹਨ, ਸਮਾਂ ਉਹ ਆ ਗਿਆ, ਕਾਰਨ ਉਹ ਬਣ ਗਿਆ, ਉਸ ਜਗ੍ਹਾ ਤੇ ਬੰਦਾ ਪਹੁੰਚ ਗਿਆ, ਫਿਰ ਇਹਨੂੰ ਮਰਨ ਤੋਂ ਕੋਈ ਨਹੀਂ ਬਚਾ ਸਕਦਾ ਹੈ, ਫਿਰ ਇਹਨੂੰ ਕੋਈ ਨਹੀਂ ਬਚਾ ਸਕਦਾ ਹੈ, ਭਾਵੇਂ ਇਹ ਜਿੱਥੇ ਮਰਜ਼ੀ ਚਲਿਆ ਜਾਵੇ। ਜਦੋਂ ਸਮਾਂ ਆ ਗਿਆ, ਜਿਸ ਕੀ ਪੁੱਜੈ ਔਦ ਤਿਸੈ ਕੌਣ ਰਾਖਈ, ਜਿਹਦੀ ਉਮਰ ਪੂਰੀ ਹੋ ਗਈ, ਸਮਾਂ ਆ ਗਿਆ। ਜਿਨ ਕੀ ਚੀਰੀ ਦਰਗਾਹ ਪਾਟੀ, ਤਿੰਨਾਂ ਮਰਨਾ ਭਾਈ। ਜਿਨ੍ਹਾਂ ਦੇ ਲਈ ਰੱਬੀ ਦਰਗਾਹ ਤੋਂ ਹੁਕਮ ਜਾਰੀ ਹੋ ਗਿਆ, ਉਹ ਜਿੰਨਾ ਸਮਾਂ ਲਿਖਿਆ ਸੀ ਸਮੇਂ ਦੀ ਹੋ ਗਈ ਸਮਾਪਤੀ। ਜਿਹੜਾ ਕਾਰਨ ਲਿਖਿਆ ਸੀ, ਮਹਾਰਾਜ ਕਹਿੰਦੇ ਮਰਨ ਲਖਾਏ ਮੰਡਲ ਮੈਂ ਆਏ। ਜਿਉਣਾ ਤੇ ਬਾਅਦ ਦੀ ਗੱਲ ਹੈ, ਪਹਿਲਾਂ ਮੌਤ ਲਿਖ ਕੇ ਫਿਰ ਜੀਵ ਨੂੰ ਸੰਸਾਰ ਅੰਦਰ ਭੇਜਿਆ ਜਾਂਦਾ ਹੈ, ਫਿਰ ਜਗਤ ਅੰਦਰ ਜੀਵ ਆਉਂਦਾ ਹੈ। ਸੋ ਕਬੀਰ ਸਾਹਿਬ ਕਹਿੰਦੇ ਤੂੰ ਐਵੇਂ ਇਹ ਨਾ ਸਮਝ ਕਿ ਮੈਂ ਹਮੇਸ਼ਾ ਥਿਰ ਰਹਿਣਾ, ਸਰੀਰ ਤੇਰਾ ਕੱਚੇ ਭਾਂਡੇ ਦੀ ਤਰ੍ਹਾਂ ਹੀ,
ਅੱਜ ਵੀ ਟੁੱਟਿਆ ਤੇ ਕੱਲ੍ਹ ਵੀ ਟੁੱਟਿਆ, ਇਹਦਾ ਟੁੱਟਣਾ ਬਿਨਸਣਾ ਅਟਲ ਹੈ। ਗੁਰੂ ਜੋ ਨਾ ਚੇਤੈ ਆਪਨੋ, ਅਧ ਮਾਝ ਲੀਜੈਂਗੇ ਲੂਟ। ਹੁਣ ਮਰਨਾ ਤੇ ਸੱਚ ਹੈ, ਪਰ ਮਹਾਰਾਜ ਕਹਿੰਦੇ ਇੱਕ ਉਹ ਹੁੰਦੇ ਹਨ ਜਿਹੜੇ ਗੁਰਮੁਖ ਜਨਮ ਸਵਾਰ, ਦਰਗਾਹ ਚੱਲਿਆ ਸੱਚੀ ਦਰਗਾਹ ਜਾਏ, ਸੱਚਾ ਪਿੜ ਮੱਲਿਆ। ਜਿਹੜਾ ਰੱਬੀ ਦਰਗਾਹ ਤੱਕ ਪਹੁੰਚਦਾ ਔਰ ਮੰਨੈ ਮਾਰਗ ਠਾਕ ਨਾ ਪਾਏ, ਉਹਦੇ ਰਸਤੇ 'ਚ ਕੋਈ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਪੈਂਦੀ ਹੈ। ਇੱਕ ਉਹ ਹੁੰਦੇ ਹਨ ਜਿਨ੍ਹਾਂ ਦੇ ਰਾਹਾਂ ਦੇ ਵਿੱਚ ਰੁਕਾਵਟਾਂ ਹੀ ਰੁਕਾਵਟਾਂ ਹਨ। ਜੋ ਉਹਨਾਂ ਨੇ ਸੰਸਾਰੀ ਧਨ ਕਮਾਇਆ, ਉਹ ਧਨ ਵੀ ਇੱਥੇ ਰਹਿ ਗਿਆ। ਜਿਹੜੇ ਉਹਨਾਂ ਨੇ ਕਰਮ ਕਾਂਡ ਕੀਤੇ, ਹਜੂਰ ਕਹਿੰਦੇ ਉਹ ਕਰਮ ਕਾਂਡ ਵੀ ਅੱਗੇ ਨਾਲ ਨਹੀਂ ਜੇ ਜਾਂਦੇ। ਕਰਮ ਧਰਮ ਪਾਖੰਡ ਜੋ ਦਿਸੈ, ਤਿੰਨ ਜਮ ਜਾਗਾਤੀ ਲੁੱਟੈ। ਉਹ ਕਰਮ ਕਾਂਡ ਤੇ ਮਾਨੋ ਰਸਤੇ 'ਚ ਹੀ ਜਾਮੀ ਟੈਕਸ ਦੇ ਰੂਪ ਦੇ ਵਿੱਚ ਹੀ ਲੁੱਟ ਖੋਹ ਲੈਂਦੇ ਹਨ। ਉਹਨਾਂ ਦਾ ਅੱਗੇ ਕੋਈ ਸਾਥ ਨਹੀਂ ਨਿਭਦਾ ਹੈ। ਨਿਰਵਾਣ ਕੀਰਤਨ ਗਾਵੋ, ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ। ਮਹਾਰਾਜ ਕਹਿੰਦੇ ਗੁਰ ਜੋ ਨਾ ਚੇਤੈ ਆਪਨੋ, ਜਿਹੜੇ ਆਪਣੇ ਗੁਰੂ ਨੂੰ ਨਹੀਂ ਚੇਤੇ ਕਰਦੇ। ਗੁਰੂ ਨੂੰ ਚੇਤੇ ਕਰਨ ਦਾ ਭਾਵ ਹੈ ਗੁਰੂ ਦੀ ਸਿੱਖਿਆ ਨੂੰ ਚੇਤੇ ਰੱਖਣਾ, ਗੁਰੂ ਦੇ ਉਪਦੇਸ਼ ਨੂੰ ਚੇਤੇ ਰੱਖਣਾ। ਇਹ ਇਕੱਲਾ ਗੁਰੂ ਨਾਨਕ ਜਪਣ ਦੀ ਗੱਲ ਨਹੀਂ ਹੈ। ਗੁਰੂ ਨਾਨਕ ਮਹਾਰਾਜ ਨੇ ਜੋ ਸਿੱਖਿਆਵਾਂ ਦਿੱਤੀਆਂ ਨੇ ਉਹਨਾਂ ਨੂੰ ਚੇਤੇ ਰੱਖਣ ਦੀ ਗੱਲ ਹੈ, ਜਿਹੜੇ ਉਹਨਾਂ ਨੇ ਬਾਣੀ ਰੂਪ ਦੇ ਵਿੱਚ ਸਾਨੂੰ ਉਪਦੇਸ਼ ਦਿੱਤਾ ਹੈ। ਇੱਕ ਆਪਾਂ ਬਚਨ ਪੜ੍ਹਦੇ ਹਾਂ, ਮੈਂ ਮੂਰਖ ਕੀ ਕੇਤਕ ਬਾਤ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਨਾਨਕ ਮਹਾਰਾਜ ਜੀ ਦੀ ਮਹਿਮਾ ਬਿਆਨ ਕਰਦਿਆਂ ਉਪਦੇਸ਼ ਕਰਦੇ ਹਨ। ਕਹਿੰਦੇ ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਹੁਣ ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਗੁਰੂ ਨਾਨਕ ਜੀ ਨੂੰ ਸੁਣਨਾ ਕੀ ਹੈ? ਗੁਰੂ ਨਾਨਕ ਮਹਾਰਾਜ ਜੀ ਦੇ ਬਚਨਾਂ ਨੂੰ ਸੁਣਨਾ। ਗੁਰੂ ਨਾਨਕ ਮਹਾਰਾਜ ਨੂੰ ਦੇਖਣਾ ਕੀ ਹੈ? ਜੋ ਉਹਨਾਂ ਨੇ ਆਪਣੇ ਜੀਵਨ ਦੇ ਅੰਦਰ ਕੌਤਕ ਵਰਤਾਏ ਹਨ, ਉਹਨਾਂ ਕੌਤਕਾਂ ਨੂੰ ਵੇਖਣਾ। ਤੇ ਗੁਰੂ ਨਾਨਕ ਜੀ ਦੇ ਬੋਲਾਂ ਤੋਂ ਵੀ ਆਪਾਂ ਸਿੱਖਿਆ ਲੈਣੀ ਹੈ, ਗੁਰੂ ਨਾਨਕ ਜੀ ਦੇ ਜੀਵਨ ਤੋਂ ਵੀ ਆਪਾਂ ਸਿੱਖਿਆ ਲੈਣੀ ਹੈ। ਤੇ ਹੁਣ ਬੰਦਾ ਇਕੱਲਾ ਗੁਰੂ ਨਾਨਕ ਤੇ ਜਪਦਾ ਰਵੇ। ਜੋ ਸਤਿਗੁਰੂ ਨੇ ਬਾਣੀ ਰਾਹੀਂ ਉਪਦੇਸ਼ ਦਿੱਤੇ, ਆਪਣੇ ਜੀਵਨ ਦੀਆਂ ਘਟਨਾਵਾਂ ਦੇ ਰਾਹੀਂ ਉਹਨਾਂ ਨੇ ਉਪਦੇਸ਼ ਦਿੱਤੇ, ਉਹਨਾਂ ਨੂੰ ਤੇ ਬੰਦਾ ਮੰਨੇ ਕੋਈ ਨਾ, ਤੇ ਫਿਰ ਉਹਦਾ ਬਾਹਰ ਦਾ ਜਪਣਾ ਵੀ ਅਸਲ ਦੇ ਵਿੱਚ ਜਪਣਾ ਨਹੀਂ ਹੈ। ਗੁਰੂ ਨਾਨਕ ਜੀ ਦੇ ਨਾਲ ਜੁੜਨ ਦਾ ਭਾਵ ਹੈ ਗੁਰੂ ਨਾਨਕ ਜੀ ਦੀ ਬਾਣੀ ਦੇ ਨਾਲ ਜੁੜਨਾ, ਗੁਰੂ ਨਾਨਕ ਮਹਾਰਾਜ ਜੀ ਦੇ ਬਚਨਾਂ ਉਪਦੇਸ਼ਾਂ ਦੇ ਨਾਲ ਜੁੜਨਾ। ਤੇ ਜਿਹੜੇ ਫਿਰ ਗੁਰੂ ਦੇ ਬਚਨਾਂ ਦੇ ਨਾਲ ਜੁੜਦੇ ਹਨ, ਗੁਰੂ ਦੇ ਬਚਨਾਂ ਦਾ ਸਾਥ ਉਹਨਾਂ ਦੇ ਨਾਲ ਹਮੇਸ਼ਾ ਬਣਿਆ ਰਹਿੰਦਾ ਜੀ। ਇਹਨੂੰ ਮਹਾਰਾਜ ਕਹਿੰਦੇ ਗੁਰ ਕਾ ਬਚਨ ਬਸੇ ਜੀ ਨਾਲੇ। ਜਾਂ ਸਤਿਗੁਰ ਬਚਨ ਤੁਮਾਰੇ, ਨਿਰਗੁਣ ਨਿਸਤਾਰੇ। ਮਹਾ ਬਿਖਾਦੀ ਦੁਸ਼ਟ ਅਪਵਾਦੀ, ਤੇ ਪੁਨੀਤ ਸੰਘਾਰੇ। ਹੁਣ ਸੱਜਣ ਦੇ ਕੋਲ ਤੋਂ ਲੰਬੇ ਪਿੰਡ ਗੁਰੂ ਨਾਨਕ ਮਹਾਰਾਜ ਪਹੁੰਚੇ, ਨਾਲ ਭਾਈ ਮਰਦਾਨਾ। ਜਿਵੇਂ ਹੋਰ ਮੁਸਾਫਰ ਯਾਤਰੀ ਸੱਜਣ ਦੀ ਸਰਾਂ 'ਚ ਆਉਂਦੇ ਨੇ, ਉੱਦਾਂ ਹੀ ਅੱਜ ਗੁਰੂ ਨਾਨਕ ਮਹਾਰਾਜ ਤੇ ਭਾਈ ਮਰਦਾਨਾ ਪਹੁੰਚ ਗਏ। ਸੱਜਣ ਨੇ ਵੇਖਿਆ ਤੇ ਵੇਖਣ ਤੋਂ ਬਾਅਦ ਉਹਨੇ ਵਿਉਂਤ ਬਣਾਈ ਕਿ ਹੁਣ ਜਦੋਂ ਇਹ ਰਾਤ ਇੱਥੇ ਰੁਕਣਗੇ, ਫਿਰ ਇਹਨਾਂ ਦੇ ਕੋਲ ਜੋ ਮਾਲ ਹੋਵੇਗਾ ਉਹ ਮਾਲ ਅਸੀਂ ਆਪਣੇ ਕਬਜ਼ੇ 'ਚ ਲੈ ਲਵਾਂਗੇ, ਦੋਵਾਂ ਨੂੰ ਖਤਮ ਕਰ ਦੇਵਾਂਗੇ। ਹੁਣ ਗੁਰੂ ਨਾਨਕ ਮਹਾਰਾਜ ਨੂੰ ਸੱਜਣ ਨੇ ਵੇਖ ਲਿਆ ਹੈ, ਪਰ ਅਜੇ ਉਹ ਠਾਕੀ ਹੈ। ਪਰ ਜਦੋਂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਮਰਦਾਨਿਆਂ ਛੇੜ ਰਬਾਬ ਦੀ ਤਾਰ, ਭਾਈ ਮਰਦਾਨੇ ਨੇ ਰਬਾਬ ਵਜਾਉਣੀ ਸ਼ੁਰੂ ਕੀਤੀ। ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਣੀ ਦਾ ਕੀਰਤਨ ਕੀਤਾ। ਉਹ ਹੁਣ ਬਾਣੀ ਦੀ ਧੁਨ ਜਦੋਂ ਸੱਜਣ ਦੇ ਕੰਨਾਂ ਤੱਕ ਪਹੁੰਚਦੀ ਹੈ, ਬਾਣੀ ਦੇ ਬੋਲ ਜਿਸ ਵਕਤ ਸੱਜਣ ਦੇ ਕੰਨਾਂ ਤੱਕ ਪਹੁੰਚਦੇ ਹਨ, ਤੇ ਜਿਹੜਾ ਹੁਣ ਤੱਕ ਠੱਗ ਸੀ ਉਹ ਸੱਚਾ ਸੱਜਣ ਬਣ ਗਿਆ। ਫਰਕ ਵੇਖੋ ਜਿਹੜੀ ਗੱਲ ਕਰਨੀ ਹੈ ਕਿ ਸਰੀਰਕ ਦਰਸ਼ਨ ਤੇ ਸੱਜਣ ਨੇ ਪਹਿਲਾਂ ਕਰ ਲਏ ਨੇ। ਜਦੋਂ ਉਹਨੇ ਕੇਵਲ ਸਰੀਰ ਨੂੰ ਵੇਖਿਆ ਹੈ, ਉਦੋਂ ਉਹ ਲੁੱਟਾਂ ਖੋਹਾਂ ਕਰਨ ਦੀਆਂ ਵਿਉਂਤਾਂ ਬਣਾ ਰਿਹਾ, ਕਤਲ ਕਰਨ ਦੀਆਂ ਵਿਉਂਤਾਂ ਬਣਾ ਰਿਹਾ।
ਪਰ ਜਦੋਂ ਉਹਨੇ ਬਾਣੀ ਦੇ ਦਰਸ਼ਨ ਕਰ ਲਏ ਨੇ, ਗੁਰੂ ਨਾਨਕ ਜੀ ਦੇ ਬੋਲ ਸੁਣ ਲਏ ਹਨ, ਤੇ ਫਿਰ ਹੁਣ ਉਹਦੇ ਅੰਦਰ ਦਾ ਠੱਗ ਮੁੱਕ ਗਿਆ ਹੈ। ਹੁਣ ਉਹਦੇ ਅੰਦਰ ਬੈਠਾ ਹੋਇਆ ਕਾਤਲ ਖਤਮ ਹੋ ਗਿਆ ਹੈ। ਇਹ ਕਲਾ ਕਦੋਂ ਵਰਤੀ? ਜਦੋਂ ਉਹਨੇ ਗੁਰੂ ਕੇ ਸ਼ਬਦ ਨੂੰ ਸੁਣਿਆ, ਬਾਣੀ ਨੂੰ ਸੁਣਿਆ। ਇਸੇ ਤਰ੍ਹਾਂ ਬਾਕੀ ਸਾਰਿਆਂ ਦੀ ਖੇਡ ਹੈ, ਭਾਵੇਂ ਭੂਮੀਆਂ ਸੀ, ਭਾਵੇਂ ਕੌਡਾ ਸੀ, ਜਿਨ੍ਹਾਂ ਨੇ ਕੇਵਲ ਸਰੀਰਕ ਦਰਸ਼ਨ ਕੀਤੇ। ਇੱਕ ਪਿੰਡ 'ਚ ਗੁਰੂ ਨਾਨਕ ਮਹਾਰਾਜ ਗਏ, ਕਹਿਣ ਲੱਗੇ ਅਸੀਂ ਰਾਤ ਇੱਥੇ ਰੁਕਣਾ ਹੈ, ਚਲੇ ਜਾਣਾ ਹੈ ਬਾਅਦ 'ਚ ਦੀਪਾਲਪੁਰ ਵਾਲੇ ਪਿੰਡ ਦੀਪਾਲਪੁਰ 'ਚ। ਹੁਣ ਲੋਕਾਂ ਨੇ ਕੇਵਲ ਗੁਰੂ ਨਾਨਕ ਮਹਾਰਾਜ ਦੇ ਸਰੀਰ ਨੂੰ ਵੇਖਿਆ, ਅਜੇ ਬਚਨ ਨਹੀਂ ਸੁਣੇ। ਕਹਿਣ ਲੱਗੇ ਨਹੀਂ, ਤੁਹਾਡੇ ਲਈ ਕੋਈ ਥਾਂ ਨਹੀਂ ਹੈ, ਪਿੰਡ 'ਚ ਕੋਈ ਸਰਾਂ ਨਹੀਂ ਹੈ, ਨਹੀਂ ਰੁਕਣ ਦੀ ਜਗ੍ਹਾ ਗੁਰੂ ਨਾਨਕ ਜੀ ਨੂੰ ਦਿੱਤੀ। ਜਾਂ ਇੱਕ ਪਿੰਡ 'ਚ ਆਪਾਂ ਜਾਣਦੇ ਮਹਾਰਾਜ ਜਾਂਦੇ ਹਨ ਤੇ ਲੋਕ ਅੱਗੋਂ ਪੱਥਰ ਮਾਰਦੇ ਹਨ, ਜਿੱਥੇ ਮਹਾਰਾਜ ਨੇ ਕਿਹਾ ਸੀ ਕੋਈ ਨਾ ਵਸਦੇ ਰਹੋ। ਦੂਜੇ ਪਿੰਡ 'ਚ ਮਹਾਰਾਜ ਗਏ ਨੇ, ਉਹਨਾਂ ਲੋਕਾਂ ਨੇ ਸੇਵਾ ਕੀਤੀ ਹੈ। ਹੁਣ ਜਿਹੜੇ ਪੱਥਰ ਮਾਰਨ ਵਾਲੇ ਸਨ, ਉਹਨਾਂ ਨੇ ਕੇਵਲ ਗੁਰੂ ਨਾਨਕ ਜੀ ਦੇ ਸਰੀਰ ਨੂੰ ਵੇਖਿਆ, ਅਜੇ ਉਹਨਾਂ ਦੇ ਬਚਨਾਂ ਦੇ ਦਰਸ਼ਨ ਨਹੀਂ ਕੀਤੇ, ਤੇ ਗੁਰੂ ਨਾਨਕ ਮਹਾਰਾਜ ਜੀ ਤੋਂ ਕੁਝ ਲੈ ਵੀ ਨਾ ਸਕੇ। ਪਰ ਜਿਨ੍ਹਾਂ ਨੇ ਗੁਰੂ ਨਾਨਕ ਮਹਾਰਾਜ ਦੇ ਸਰੀਰ ਦੇ ਨਾਲ ਨਾਲ ਉਹਨਾਂ ਦੀ ਬਾਣੀ ਦੇ, ਉਹਨਾਂ ਦੇ ਬਚਨਾਂ ਦੇ ਦਰਸ਼ਨ ਕੀਤੇ, ਉਹਨਾਂ ਨੇ ਗੁਰੂ ਨਾਨਕ ਮਹਾਰਾਜ ਜੀ ਦੇ ਕੋਲੋਂ ਬੇਅੰਤ ਵਡਿਆਈਆਂ, ਗਿਆਨ, ਲੋਕ ਪਰਲੋਕ ਦਾ ਸੁੱਖ ਪ੍ਰਾਪਤ ਕਰ ਲਿਆ। ਸੋ ਗੱਲ ਸਰੀਰਕ ਦਰਸ਼ਨ ਦੀ ਨਹੀਂ ਹੈ, ਗੱਲ ਬਾਣੀ ਦੇ ਦਰਸ਼ਨਾਂ ਦੀ ਹੈ, ਬਾਣੀ ਦੇ ਨਾਲ ਜੁੜਨ ਦੀ ਹੈ। ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿਠੈ ਮੁਕਤ ਨਾ ਹੋਵਈ ਜਿਚਰ, ਸ਼ਬਦ ਨਾ ਕਰੈ ਵਿਚਾਰ। ਮਹਾਰਾਜ ਕਬੀਰ ਸਾਹਿਬ ਕਹਿੰਦੇ, ਗੁਰ ਜੋ ਨਾ ਚੇਤੈ ਆਪਨੋ, ਅਧ ਮਾਝ ਲੀਜਾਂਗੇ ਲੂਟ। ਜਿਹੜੇ ਆਪਣੇ ਗੁਰੂ ਨੂੰ ਚੇਤੇ ਨਹੀਂ ਕਰਦੇ, ਭਾਵ ਗੁਰੂ ਦੇ ਉਪਦੇਸ਼ ਸ਼ਬਦ ਬਚਨਾਂ ਦੇ ਨਾਲ ਨਹੀਂ ਜੁੜਦੇ, ਉਹ ਤੇ ਸਮਝੋ ਰਸਤੇ 'ਚ ਹੀ ਲੁੱਟੇ ਜਾਂਦੇ ਹਨ, ਉਹ ਅੱਗੇ ਤੱਕ ਪਹੁੰਚ ਹੀ ਨਹੀਂ ਪਾਉਂਦੇ ਹਨ। ਕਬੀਰ ਕੂਕਰ ਰਾਮ ਕੋ, ਮੁਤੀਆ ਮੇਰੋ ਨਾਉ। ਕਬੀਰ ਸਾਹਿਬ ਕਹਿੰਦੇ ਅਸੀਂ ਹਾਂ ਰੱਬ ਦੇ ਘਰ ਦੇ ਕੂਕਰ। ਬਾਣੀ 'ਚ ਵੀ ਮਹਾਰਾਜ ਕਹਿੰਦੇ ਹਮ ਕੂਕਰ ਤੇਰੇ ਦਰਬਾਰ, ਇਹ ਵਾਹਿਗੁਰੂ ਜੀ ਅਸੀਂ ਤੁਹਾਡੇ ਘਰ ਦੇ ਕੂਕਰ ਹਾਂ। ਗੁਰਬਾਣੀ 'ਚ ਕੂਕਰ ਜਾਂ ਸਵਾਨ ਇਹ ਸ਼ਬਦ ਕਿੰਨੀ ਵਾਰ ਆਇਆ ਹੈ। ਔਰ ਜਿਵੇਂ ਆਪਾਂ ਕੱਲ੍ਹ ਵੀ ਵਿਚਾਰ ਕੀਤੀ ਸੀ ਕਿ ਪਸ਼ੂਆਂ ਜਾਨਵਰਾਂ ਦੀਆਂ ਉਦਾਹਰਨਾਂ ਲੈ ਕੇ ਵੀ ਗੁਰੂ ਮਹਾਰਾਜ ਨੇ ਸਾਨੂੰ ਗਿਆਨ ਦਿੱਤਾ ਹੈ। ਗੁਰਬਾਣੀ 'ਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਚਨ ਹੈ, ਸੁਆਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ। ਕੁੱਤੇ ਦੀ ਉਦਾਹਰਣ ਦੇ ਕੇ ਗੁਰੂ ਕਹਿੰਦੇ ਦੇਖ, ਜਿਵੇਂ ਇੱਕ ਮਾਲਕ ਦੇ ਘਰ ਦਾ ਵਫਾਦਾਰ ਕੁੱਤਾ ਹੈ ਤੇ ਮਾਲਕ ਦੇ ਘਰ ਦੀ ਪਹਿਰੇਦਾਰੀ ਕਰਦਾ ਹੈ, ਤੂੰ ਵੀ ਮਾਲਕ ਦੇ ਘਰ ਦਾ ਕੂਕਰ ਬਣ ਜਾ, ਇੱਕ ਮਨ ਇੱਕ ਚਿੱਤ ਹੋ ਕੇ ਪਰਮਾਤਮਾ ਨੂੰ ਧਿਆ। ਪਰ ਨਾਲ ਬਾਣੀ 'ਚ ਦੂਜਾ ਪੱਖ ਵੀ ਦਿੱਤਾ ਕਿ ਕੁੱਤਾ ਤੇ ਹਲਕਿਆ ਹੋਇਆ ਕੁੱਤਾ ਵੀ ਹੁੰਦਾ ਹੈ, ਜਿਹੜਾ ਆਪਣੇ ਮਾਲਕ ਨੂੰ ਹੀ ਕੱਟਣ ਤੇ ਉਤਰ ਆਉਂਦਾ ਹੈ, ਜਿਹੜਾ ਹਰ ਇੱਕ ਨੂੰ ਮੂੰਹ ਮਾਰਨ ਦੀ ਕੋਸ਼ਿਸ਼ ਕਰਦਾ ਹੈ। ਮਹਾਰਾਜ ਕਹਿੰਦੇ ਤੂੰ ਉਹ ਕੂਕਰ ਨਹੀਂ ਬਣਨਾ ਹੈ, ਜਿਹੜਾ ਲੋਭ ਗਰਸਿਓ ਦਸਹੂੰ ਦਿਸ਼ ਧਾਵਤ, ਆਸਾ ਲੱਗਿਓ ਧਨ ਕੀ, ਸੁਖ ਕੇ ਹੇਤ ਬਹੁਤ ਦੁਖ ਪਾਵਤ, ਸੇਵ ਕਰਤ ਜਨ ਜਨ ਕੀ, ਲੋਭ ਗਰਸਿਓ ਦਸਹੂੰ ਦਿਸ਼ ਧਾਵਤ। ਮਹਾਰਾਜ ਕਹਿੰਦੇ ਇੱਕ ਉਹ ਲੋਭੀ ਕੂਕਰ ਵੀ ਹੁੰਦਾ ਹੈ, ਹਲਕਿਆ ਹੋਇਆ ਕੁੱਤਾ, ਲੋਭ ਲਹਿਰ ਸਵਾਨ ਸਭ ਹਲਕਿਓ, ਹਲਕਿਆ ਸਭੈ ਬਿਗਾਰੀ। ਹੁਣ ਹਲਕਾ ਤੇ ਗੰਗੂ ਨੂੰ ਵੀ ਹੋਇਆ ਸੀ, ਹਲਕੇ ਹੋਏ ਕੁੱਤੇ ਵਾਲੀ ਬਿਰਤੀ। ਜਿਹੜੇ ਘਰ ਦਾ ਖਾਂਦਾ ਰਿਹਾ ਉਸੇ ਘਰ ਦੇ ਉੱਪਰ ਹਮਲਾ ਕਰ ਦਿੱਤਾ, ਉਹਨਾਂ ਹੀ ਮਾਲਕਾਂ ਦੇ ਉੱਪਰ ਹਮਲਾ ਕਰ ਦਿੱਤਾ। ਉੱਦਾਂ ਦੇ ਲੋਭੀ ਕੁੱਤੇ ਨਹੀਂ ਬਣਨਾ, ਬਲਕਿ ਮਾਲਕ ਦੇ ਘਰ ਦੇ ਵਫਾਦਾਰ ਕੂਕਰ ਬਣਨਾ ਹੈ, ਪੂਰੀ ਤਰ੍ਹਾਂ ਮਾਲਕ ਨੂੰ ਸਮਰਪਿਤ ਹੋਣਾ। ਕਬੀਰ ਸਾਹਿਬ ਕਹਿੰਦੇ ਅਸੀਂ ਹਾਂ ਮਾਲਕ ਦੇ ਘਰ ਦੇ ਕੂਕਰ। ਮੁਤੀਆ ਮੇਰੋ ਨਾਉ, ਗਲੇ ਹਮਾਰੇ ਜੇਵਰੀ, ਜੈ ਖਿੰਚੈ ਤੈ ਜਾਉ। ਸਾਡੇ ਗਲ ਮਾਲਕ ਦੇ ਹੁਕਮ ਦੀ ਰੱਸੀ ਹੈ, ਜਿੱਧਰ ਜਿੱਧਰ ਮਾਲਕ ਹੁਕਮ ਕਰਦਾ ਹੈ ਅਸੀਂ ਉਧਰ ਉਧਰ ਚੱਲਦੇ ਜਾਂਦੇ ਹਾਂ, ਆਪਣੀ ਸਾਡੀ ਕੋਈ ਮਰਜ਼ੀ ਨਹੀਂ ਹੈ। ਇਹਦਾ ਭਾਵ ਆਪਾਂ ਪੂਰੀ ਤਰ੍ਹਾਂ ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ ਮਾਲਕ ਨੂੰ, ਗੁਰੂ ਨੂੰ ਸਮਰਪਿਤ ਹੋਣਾ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ।
ਮਨ ਦੀ ਮੱਤ ਛੱਡਣੀ ਹੈ। ਗੁਰ ਕੀ ਮੱਤ ਤੂੰ ਲੈ ਇਆਣੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਮਨ ਕੀ ਮੱਤ ਤਿਆਗੋ ਹਰ ਜਨ, ਹੁਕਮ ਬੂਝ ਸੁਖ ਪਾਈਐ। ਜਿੱਥੇ ਕੇਵਲ ਸਾਡੇ ਮਨ ਦੀ ਮੱਤ ਹੋਵੇਗੀ ਉੱਥੇ ਦੁੱਖ ਹਨ, ਉੱਥੇ ਭਟਕਣਾ ਹਨ, ਕਿਉਂਕਿ ਸਾਡੀ ਮੱਤ, ਸਾਡੀ ਅਕਲ ਬੜੀ ਥੋੜ੍ਹੀ ਹੈ ਤੇ ਗੁਰੂ ਸਮਰੱਥ ਹੈ, ਗੁਰੂ ਵੱਡਾ ਹੈ। ਇਸ ਕਰਕੇ ਆਪਣੇ ਮਨ ਦੀ ਮੱਤ ਪਿੱਛੇ ਚੱਲਣ ਦੀ ਬਜਾਏ, ਮਨ ਦੀ ਮੱਤ ਦਾ ਗੁਮਾਨ ਕਰਨ ਦੀ ਬਜਾਏ ਹਮੇਸ਼ਾ ਗੁਰੂ ਦੀ ਮੱਤ ਦੇ ਮੁਤਾਬਕ, ਗੁਰੂ ਦੇ ਅਧੀਨ ਹੋ ਕੇ ਚੱਲਣਾ ਹੈ। ਮਹਾਰਾਜ ਕਹਿੰਦੇ ਧੰਨ ਧੰਨ ਸੋ ਗੁਰਸਿੱਖ ਕਹੀਐ, ਜੋ ਸਤਿਗੁਰ ਚਰਨੀ ਜਾਏ ਪਿਆ। ਧੰਨ ਧੰਨ ਸੋ ਗੁਰਸਿੱਖ ਕਹੀਐ, ਉਹ ਗੁਰੂ ਕਾ ਸਿੱਖ ਧੰਨ ਹੈ ਜਿਹੜਾ ਗੁਰੂ ਦੀ ਸ਼ਰਨ ਦੇ ਵਿੱਚ ਜੁੜਿਆ। ਫਿਰ ਮਹਾਰਾਜ ਕਹਿੰਦੇ ਧੰਨ ਧੰਨ ਸੋ ਗੁਰਸਿੱਖ ਕਹੀਐ, ਜਿਨ ਹਰ ਨਾਮਾ ਮੁਖ ਰਾਮ ਕਹਿਆ। ਧੰਨ ਧੰਨ ਸੋ ਗੁਰਸਿੱਖ ਕਹੀਐ, ਜਿਸ ਹਰ ਨਾਮ ਸੁਣਿਆ ਮਨ ਆਨੰਦ ਭਇਆ। ਧੰਨ ਧੰਨ ਸੋ ਗੁਰਸਿੱਖ ਕਹੀਐ, ਜਿਨ ਸਤਿਗੁਰ ਸੇਵ ਹਰ ਨਾਮ ਲਿਆ। ਤਿਸ ਗੁਰਸਿੱਖ ਕੋ ਹੋ ਸਦਾ ਨਮਸਕਾਰੀ, ਜੇ ਗੁਰ ਕੈ ਭਾਣੇ ਵਿੱਚ ਗੁਰਸਿੱਖ ਚੱਲਿਆ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਉਸ ਗੁਰੂ ਕੇ ਪਿਆਰੇ ਗੁਰਸਿੱਖ ਤੋਂ ਅਸੀਂ ਬਲਿਹਾਰ ਕੁਰਬਾਨ ਜਾਂਦੇ ਹਾਂ, ਜਿਹੜਾ ਗੁਰੂ ਕੇ ਭਾਣੇ 'ਚ ਚੱਲਦਾ, ਗੁਰੂ ਕੇ ਹੁਕਮ 'ਚ ਚੱਲਦਾ ਹੈ। ਭਾਈ ਲਹਿਣਾ ਗੁਰੂ ਨਾਨਕ ਜੀ ਦੇ ਹੁਕਮ 'ਚ ਚੱਲੇ ਤੇ ਇੱਕ ਦਿਨ ਫਿਰ ਹੁਕਮ ਮੰਨਿਆ, ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ। ਪਾਏ ਸੀ ਗੁਰੂ ਨਾਨਕ ਜੀ ਦੇ ਘਰ ਦੀਆਂ ਸਾਰੀਆਂ ਵਡਿਆਈਆਂ ਮਿਲ ਗਈਆਂ। ਸੋ ਕਬੀਰ ਸਾਹਿਬ ਇਸ ਸਲੋਕ ਰਾਹੀਂ ਮਾਲਕ ਨੂੰ ਸਮਰਪਿਤ ਹੋਣ ਦਾ ਜੋ ਤਰੀਕਾ ਹੈ ਉਹ ਸਾਨੂੰ ਸਮਝਾ ਰਹੇ ਨੇ ਕਿ ਮਾਲਕ ਦੇ ਘਰ ਦੇ ਕੂਕਰ ਬਣ ਜਾਵੋ, ਮਾਲਕ ਦੇ ਹੁਕਮ ਦੇ ਅਧੀਨ ਹੋਵੋ। ਕਬੀਰ ਜਪਨੀ ਕਾਠ ਕੀ, ਕਿਆ ਦਿਖਲਾਵੈ ਲੋਏ। ਹੁਣ ਬਨਾਰਸ 'ਚ ਕਬੀਰ ਸਾਹਿਬ ਰਹਿੰਦੇ ਨੇ ਤੇ ਬਨਾਰਸ 'ਚ ਬਹੁਤ ਲੋਕ ਐਸੇ ਜਿਹੜੇ ਅੰਦਰੋਂ ਤੇ ਹਨ ਬਨਾਰਸ ਕੇ ਠੱਗ, ਹੱਥਾਂ 'ਚ ਬਾਹਰ ਮਾਲਾ ਫੜੀਆਂ ਹੋਈਆਂ ਹਨ ਲੋਕ ਵਿਖਾਵੇ ਦੇ ਲਈ। ਕਿਉਂਕਿ ਪਰਮਾਤਮਾ ਨੂੰ ਅਸੀਂ ਕਿਸੇ ਭੇਖ ਦੇ ਨਾਲ ਭਰਮਾ ਨਹੀਂ ਸਕਦੇ ਹਾਂ। ਗੁਰੂ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ, ਵਾਹਿਗੁਰੂ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ, ਕਿਉਂਕਿ ਗੁਰੂ ਦੇ ਅੰਦਰ ਦੀਆਂ ਜਾਣਨ ਵਾਲੇ ਹਨ। ਇੱਕ ਵਾਰ ਕੀ ਹੋਇਆ, ਮਹਾਰਾਜ ਗੁਰੂ ਹਰ ਰਾਏ ਸਾਹਿਬ ਜੀ ਬੈਠੇ ਨੇ ਤੇ ਭਾਈ ਸੁਥਰਾ ਆਇਆ, ਹੱਥ ਦੇ ਵਿੱਚ ਉਹਨੇ ਚਿੜੀ ਫੜੀ ਹੋਈ ਹੈ। ਦੋਵਾਂ ਹੱਥਾਂ ਦੇ ਨਾਲ ਉਹ ਚਿੜੀ ਨੂੰ ਅੰਦਰ ਉਹਨੇ ਪੂਰੀ ਤਰ੍ਹਾਂ ਲੁਕਾਇਆ ਹੋਇਆ ਹੈ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਬਾਰ 'ਚ ਆ ਕੇ ਕਹਿਣ ਲੱਗਾ, ਮਹਾਰਾਜ ਇਹ ਦੱਸੋ ਕਿ ਚਿੜੀ ਜਿਉਂਦੀ ਹੈ ਕਿ ਮੁਰਦਾ ਹੈ। ਮਨ 'ਚ ਚਲਾਕੀ ਇਹ ਕਿ ਜੇ ਤੇ ਗੁਰੂ ਕਹਿਣਗੇ ਕਿ ਚਿੜੀ ਮੁਰਦਾ ਹੈ, ਮਰੀ ਹੋਈ ਹੈ, ਫਿਰ ਤੇ ਕੱਢ ਕੇ ਵਿਖਾ ਦੇਵਾਂਗਾ ਮਹਾਰਾਜ ਵੇਖੋ ਚਿੜੀ ਤੇ ਜਿਉਂਦੀ ਹੈ। ਤੇ ਜੇ ਗੁਰੂ ਕਹਿਣਗੇ ਚਿੜੀ ਜਿਉਂਦੀ ਹੈ ਤੇ ਚਿੜੀ ਹੈ, ਬਸ ਇੱਕ ਵਾਰ ਘੁੱਟ ਦਿੱਤਾ ਤੇ ਇਹਦੀ ਨਾਲੋਂ ਨਾਲ ਜ਼ਿੰਦਗੀ ਮੁੱਕ ਜਾਣੀ, ਇਹਦੇ ਸਾਹ ਮੁੱਕ ਜਾਣੇ ਹਨ। ਮੈਂ ਕਹਾਂਗਾ ਮਹਾਰਾਜ ਤੁਸੀਂ ਕਿਹਾ ਚਿੜੀ ਜਿਉਂਦੀ ਹੈ, ਚਿੜੀ ਤੇ ਮਰੀ ਹੋਈ ਹੈ। ਭਾਵ ਜੇ ਗੁਰੂ ਕਹਿਣਗੇ ਚਿੜੀ ਜਿਉਂਦੀ ਹੈ ਫਿਰ ਇਹਨੂੰ ਮਾਰ ਦੇਵਾਂਗਾ, ਜੇ ਕਹਿਣਗੇ ਮਰੀ ਹੈ ਤੇ ਫਿਰ ਕਹਾਂਗਾ ਵੇਖ ਲਵੋ ਜਿੰਦੀ ਹੈ। ਤੇ ਗੁਰੂ ਮਹਾਰਾਜ ਹੁਣ ਸਤਿਗੁਰਾਂ ਦੇ ਨਾਲ ਥੋੜਾ ਕੋਈ ਠੱਗੀ ਇਦਾਂ ਦੀ ਚੱਲ ਸਕਦੀ ਹੈ, ਹੇਰਾ ਫੇਰੀ ਚੱਲ ਸਕਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਅਸਲ ਦੇ ਵਿੱਚ ਸੁਥਰਿਆ ਮਾੜੇ ਦੀ ਜਾਨ ਤਗੜੇ ਦੇ ਹੱਥਾਂ ਦੇ ਵਿੱਚ ਹੁੰਦੀ ਹੈ। ਉਹ ਚਾਹੇ ਬਖਸ਼ ਸਕਦਾ ਹੈ, ਉਹ ਚਾਹੇ ਮਾਰ ਸਕਦਾ ਹੈ। ਹੁਣ ਚਿੜੀ ਵਿਚਾਰੀ ਮਾਸੂਮ ਹੈ, ਉਹਦੀ ਜਾਨ ਤੇ ਤੇਰੇ ਹੱਥਾਂ ਦੇ ਵਿੱਚ ਅਟਕੀ ਹੈ। ਬਸ ਤੂੰ ਚਾਹਵੇਂ ਉਹਨੂੰ ਮਾਰ ਦਵੇਂ, ਤੂੰ ਚਾਹਵੇਂ ਉਹਨੂੰ ਜਿਉਂਦਾ ਛੱਡ ਦਵੇਂ। ਹੁਣ ਕਹਿਣ ਦਾ ਭਾਵ ਕਿ ਗੁਰੂ ਵੇਖੋ, ਗੁਰੂ ਨਾਲ ਕੋਈ ਠੱਗੀ ਹੇਰਾ ਫੇਰੀ ਨਹੀਂ ਚੱਲ ਸਕਦੀ। ਗੁਰੂ ਤੇ ਉਹ ਵੀ ਜਾਣਦੇ ਹਨ ਜਿਨ੍ਹਾਂ ਚੀਜ਼ਾਂ ਦਾ ਅਸੀਂ ਪਰਦਾ ਰੱਖਦੇ ਹਾਂ, ਘਟ ਘਟ ਕੇ ਅੰਤਰ ਕੀ ਜਾਣਤ। ਤੇ ਹੁਣ ਬੰਦਾ ਬਾਹਰੋਂ ਕੋਈ ਧਰਮ ਦਾ ਝੂਠਾ ਭੇਖ ਧਾਰਨ ਕਰ ਲਵੇ, ਮੱਥੇ ਤੇ ਤਿਲਕ ਲਾ ਲਵੇ, ਹੱਥ 'ਚ ਮਾਲਾ ਫੜ ਲਵੇ ਜਾਂ ਕੋਈ ਲੰਬਾ ਚਿੱਟਾ ਚੋਲਾ ਪਹਿਨ ਲਵੇ, ਅੰਦਰ ਬਿਰਤੀ ਧਰਮੀ ਨਹੀਂ ਹੈ, ਬਾਹਰੋਂ ਧਰਮ ਦਾ ਵਿਖਾਵਾ ਹੈ। ਸੰਸਾਰ ਨੂੰ ਠੱਗਿਆ ਜਾ ਸਕਦਾ ਹੈ ਔਰ ਠੱਗਣ ਵਾਲੇ ਲਗਾਤਾਰ ਠੱਗਦੇ ਵੀ ਪਏ ਹਨ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਪਰ ਨਿਰੰਕਾਰ ਨੂੰ ਠੱਗਿਆ ਨਹੀਂ ਜਾ ਸਕਦਾ। ਕਬੀਰ ਸਾਹਿਬ ਦੇ ਬਚਨ ਹਨ, ਕਹਿੰਦੇ
माथे तिलक हथ माला बाना, लोगन राम खिलौना जाना। संसार ने रब नूं भी खिडौना समझिया होया है। कबीर साहब कहते कबीर जपनी काठ की, क्या दिखलावैं लोए हे भाई, हथ च तू तुलसी दी रुद्राखर दी लकड़ दी ये बनी हुई माला फड़ी हुई है, ते लोक विखावा तू कर रहा है। 10 माला फड़ के तू की विखावा कर रहा, की साबित करना चाहता है। हिरदै राम ना चित ही ये जपनी क्या होए। कहते रब जे हिरदे च नहीं है, मालक दी याद जे हिरदे दे विच नहीं है, तो हथ च माला फड़ के भी कुछ नहीं बन सकता। जिन्हों गुरु कहते गल्ली असी चंगियां आचारी बुरियां, मनो कसुद्धा कालियां, बाहरों चिटवियां। बाहरों बड़े चिट्टे हाँ, अंदरों काले हाँ। गल्ली बाती असी बड़ा धर्म विखाउंदे हाँ, पर जीवन के कर्मां च कोई धर्म नहीं है। अंदर कर्म धर्म तो बिल्कुल सकने हैं। सो कबीर साहब कहते गल ये नहीं है किसी ने बाहरों कोई धर्म चिन्ह धारण किया है, कोई माला फड़ी है, कोई भेख धारण किया है। गल ये है कि बंदे ने अंदर धर्म नूं किन्ना क ग्रहण किया होया है, ते जिहदे अंदर धर्म है उहदा ते बाहर दा भेख भी प्रवान जी। बल्कि गुरु ने बाणी च इथों तक कहा, जे तेरे अंदर रब की इबादत है, बंदगी है, तेरी माया भी सफल है, तेरा खादा पीता भी सफल है। तिनका खादा पहनदा माया सब पवित्र हैं, जो नाम हर राते जड़े परमात्मा की इबादत बंदगी च रंगे हुए हैं, ते जड़े बंदगी तो टुटे पे ने उन्होंने गुरु कहते हर के नाम बिना तन आंद, मुख आवत ताके दुर, फिट अवेहा जीविया जित खाए वधाया पेट, खसम विसार किए रस भोग, ता तन उठ खलोते रोग। ਉਹਦਾ ਖਾਦਾ ਪੀਤਾ ਪਹਿਨਿਆ ਫਿਟਕਾਰ ਜੋਗ ਜਿਹੜਾ ਰੱਬ ਦੀ ਇਬਾਦਤ ਤੋਂ ਟੁੱਟਿਆ ਤੇ ਜਿਹੜਾ ਬੰਦਗੀ ਦੇ ਨਾਲ ਜੁੜਿਆ ਅੰਦਰੋਂ ਭਿੱਜਿਆ ਹੈ, ਰੰਗਿਆ ਹੈ, ਉਹਦੇ ਬਾਹਰ ਦੇ ਕਰਮ ਵੀ ਪ੍ਰਵਾਨ। ਕਬੀਰ ਬਿਰੋਂ ਭਯੰਗਮ ਮਨ ਬਸੈ, ਮੰਤ ਨਾ ਮਾਨੈ ਕੋਏ। ਕਬੀਰ ਸਾਹਿਬ ਕਹਿੰਦੇ ਸਾਡੇ ਅੰਦਰ ਰੱਬ ਦੇ ਵਿਛੋੜੇ ਦਾ, ਬਿਰਹੇ ਦਾ ਜਿਹੜਾ ਭਯੰਗਮ ਭਾਵ ਸੱਪ ਵਸ ਰਿਹਾ ਹੈ। ਤੇ ਬਾਹਰੀ ਤੌਰ ਤੇ ਕੀ ਹੁੰਦਾ ਹੈ, ਪੁਰਾਤਨ ਸਮਿਆਂ ਦੇ ਵਿੱਚ ਸੱਪ ਨੂੰ ਕਾਬੂ ਕਰਨ ਦੇ ਲਈ ਮੰਤਰਾਂ ਦੀ ਵਰਤੋਂ ਕੀਤੀ ਜਾਂਦੀ ਸੀ, ਜਾਂ ਸੱਪ ਕਿਸੇ ਨੂੰ ਲੜ ਗਿਆ ਹੈ ਤੇ ਇੱਕ ਗਰੜ ਮੰਤਰ ਬਾਰੇ ਕਿਹਾ ਜਾਂਦਾ ਹੈ ਕਿ ਗਰੜ ਮੰਤਰ ਦੇ ਨਾਲ ਉਹ ਜਦੋਂ ਮੰਤਰ ਪੜ੍ਹਿਆ ਜਾਂਦਾ ਹੈ ਤੇ ਫਿਰ ਸੱਪ ਦੇ ਜ਼ਹਿਰ ਦਾ ਅਸਰ ਨਹੀਂ ਹੁੰਦਾ ਹੈ। ਪਰ ਕਬੀਰ ਸਾਹਿਬ ਕਹਿੰਦੇ ਜਿਹੜਾ ਸਾਡੇ ਹਿਰਦੇ 'ਚ ਬਿਰਹੇ ਦਾ ਸੱਪ ਹੈ, ਉਸ ਸੱਪ ਤੇ ਕੋਈ ਬਾਹਰ ਦਾ ਜਿਹੜਾ ਮੰਤਰ ਹੈ ਉਹ ਕੰਮ ਨਹੀਂ ਜੇ ਕਰ ਸਕਦਾ। ਮੰਤ ਨਾ ਮਾਨੈ ਕੋਏ, ਰਾਮ ਵਿਯੋਗੀ ਨਾ ਜੀਐ, ਜੀਏ ਤਾਂ ਬੌਰਾ ਹੋਏ। ਜਿਹੜਾ ਪਰਮਾਤਮਾ ਦਾ ਪ੍ਰੀਤਵਾਨ ਹੈ, ਵੈਰਾਗੀ ਹੈ ਪਰਮਾਤਮਾ ਪ੍ਰਤੀ, ਪਹਿਲੀ ਗੱਲ ਤੇ ਰੱਬ ਤੋਂ ਟੁੱਟ ਕੇ ਭਗਤ ਜਿਉਂਦਾ ਹੀ ਨਹੀਂ ਹੈ। ਜੇ ਜਿਉਂਦਾ ਵੀ ਹੈ ਤੇ ਉਹਦਾ ਜਿਉਣਾ ਵੀ ਐਸਾ ਹੁੰਦਾ ਹੈ ਕਿ ਲੋਕ ਕਹਿੰਦੇ ਹਨ ਕਿ ਇਹ ਤੇ ਬੌਰਾ ਹੈ, ਇਹ ਤੇ ਪਾਗਲ ਹੈ, ਇਹ ਤੇ ਕਮਲਾ ਹੈ, ਕਿਉਂਕਿ ਉਹਦੀ ਅਵਸਥਾ ਹੀ ਕੁਝ ਐਸੀ ਹੁੰਦੀ ਹੈ। ਸੰਸਾਰੀਆਂ ਦੇ ਜੀਵਨ ਦੇ ਨਾਲ ਭਗਤ ਦੇ ਜੀਵਨ ਦਾ ਤਾਲਮੇਲ ਨਹੀਂ ਬਹਿੰਦਾ ਹੈ ਤੇ ਭਗਤ ਨੂੰ ਵੀ ਲੋਕ ਪਾਗਲ ਹੀ ਕਹਿੰਦੇ ਹਨ, ਬੌਰਾ ਕਹਿੰਦੇ ਹਨ। ਤੇ ਕਿਹਾ ਵੀ ਹੈ, ਕਬੀਰ ਸਾਹਿਬ ਨੂੰ ਕਿਹਾ, ਗੁਰੂ ਨਾਨਕ ਮਹਾਰਾਜ ਨੂੰ ਕਿਹਾ, ਕਿਉਂਕਿ ਸੰਸਾਰੀ ਸਮਝ ਹੋਰ ਸੀ, ਉਹਨਾਂ ਦੀ ਅਵਸਥਾ, ਉਹਨਾਂ ਦੀ ਬਿਰਤੀ ਹੋਰ। ਧੰਨ ਬਾਬਾ ਫਰੀਦ ਸਾਹਿਬ ਕਹਿੰਦੇ ਜੀਵ ਆਤਮਾ ਰੱਬ ਤੋਂ ਵਿਛੜੀ ਹੈ ਤੇ ਇਹ ਵਿਛੋੜੇ ਦਾ ਅਹਿਸਾਸ ਸਾਨੂੰ ਜ਼ਰੂਰ ਹੋਣਾ ਚਾਹੀਦਾ ਹੈ। ਜਿਨ੍ਹਾਂ ਨੂੰ ਵਿਛੋੜੇ ਦਾ ਅਹਿਸਾਸ ਨਹੀਂ ਹੈ ਉਹਨਾਂ ਨੂੰ ਧੰਨ ਬਾਬਾ ਫਰੀਦ ਸਾਹਿਬ ਉਹਨਾਂ ਦੇ ਅੰਦਰ ਦੀ ਜਿਹੜੀ ਹਿਰਦੇ ਦੀ ਗੱਲ ਹੈ, ਤੁਲਨਾ ਹੈ, ਉਹ ਮੜੀਆਂ ਕਬਰਾਂ ਦੇ ਨਾਲ ਕਰਦੇ ਹਨ। ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ। ਕਹਿੰਦੇ ਇਸ ਵਿਛੋੜੇ ਨੂੰ ਸਾਰੇ ਲੋਕ ਮਾੜਾ ਕਹਿੰਦੇ ਹਨ, ਪਰ ਫਰੀਦ ਸਾਹਿਬ ਕਹਿੰਦੇ ਮੇਰੀ ਨਜ਼ਰ ਦੇ ਵਿੱਚ ਇਹ ਬਿਰਹਾ ਸੁਲਤਾਨ ਹੈ, ਪਾਤਸ਼ਾਹ ਹੈ। ਫਰੀਦਾ ਜਿਤ ਤਨ ਬਿਰੋ ਨਾ ਉਪਜੈ, ਸੋ ਤਨ ਜਾਣ ਬਸਾਣ। ਹੁਣ ਅੰਦਰ ਸਾਡੇ ਵਿਛੋੜੇ ਦੀ ਪੀੜ ਹੁੰਦੀ ਹੈ ਤੇ ਮਿਲਾਪ ਦੀ ਤਾਂਘ ਪੈਦਾ ਹੁੰਦੀ ਹੈ। ਜੇ ਸਾਨੂੰ ਵਿਛੋੜੇ ਦਾ ਅਹਿਸਾਸ ਨਾ ਹੋਵੇ ਤੇ ਮਿਲਾਪ ਦੀ ਖਿੱਚ ਕਿੱਦਾਂ ਹੋਵੇ।
ਮਾਤਾ ਦਾ ਪੁੱਤ ਵਿਛੜ ਗਿਆ ਹੈ। ਤੇ ਜੇ ਅੰਦਰ ਮਾਂ ਦੇ ਹਿਰਦੇ 'ਚ ਪੁੱਤ ਦੇ ਵਿਛੋੜੇ ਦੀ ਪੀੜ ਨਹੀਂ ਹੈ, ਚੀਸ ਨਹੀਂ ਹੈ, ਉਹ ਕਿੱਦਾਂ ਫਿਰ ਆਪਣੇ ਪੁੱਤ ਦਾ ਮਿਲਾਪ ਹਾਸਲ ਕਰੇਗੀ, ਕਿਉਂਕਿ ਖਿੱਚ ਹੀ ਕੋਈ ਨਹੀਂ ਹੈ। ਹੁਣ ਖਿੱਚ ਕਿੰਨਾ ਪ੍ਰਤੀ ਸਾਡੇ ਮਨ ਅੰਦਰ ਖਿੱਚ ਨਹੀਂ ਹੁੰਦੀ। ਬੱਚਾ ਪਰਦੇਸ ਗਿਆ ਹੈ, ਖਿੱਚ ਹੁੰਦੀ ਹੈ ਕਦੋਂ ਸਾਡਾ ਬੱਚਾ ਵਾਪਸ ਆਵੇ ਜਾਂ ਅਸੀਂ ਉੱਥੇ ਜਾਈਏ। ਪਤੀ ਜਾਂ ਪਤਨੀ ਘਰੋਂ ਬਾਹਰ ਗਏ ਹਨ, ਦੂਜੇ ਦੇ ਮਨ ਅੰਦਰ ਖਿੱਚ ਹੈ ਕਦੋਂ ਘਰ ਵਾਪਸ ਆਵੇ। ਪਰ ਜਿਹੜਾ ਕੋਈ ਵਿਅਕਤੀ ਮਰ ਗਿਆ, ਕਬਰਾਂ 'ਚ ਜਿਹੜਾ ਪਹੁੰਚ ਗਿਆ, ਉਹਦੇ ਪ੍ਰਤੀ ਹੁਣ ਖਿੱਚ ਨਹੀਂ ਹੁੰਦੀ। ਪਤਾ ਹੈ ਕਿ ਉਹ ਮੁੱਕ ਗਿਆ ਹੈ, ਉਹਨੇ ਵਾਪਸ ਕੋਈ ਨਹੀਂ ਆਉਣਾ। 2-4 ਦਿਨ ਅੰਦਰ ਕੁਝ ਵਿਛੋੜੇ ਦਾ ਦਰਦ ਜ਼ਰੂਰ ਹੁੰਦਾ, ਪਰ ਸਹਿਜੇ ਸਹਿਜੇ ਉਹਨੂੰ ਅਸੀਂ ਭੁਲਾ ਦਿੰਦੇ ਹਾਂ ਕਿ ਹੁਣ ਉਹਨੇ ਨਹੀਂ ਆਉਣਾ, ਉੱਥੋਂ ਵਾਪਸ ਆਉਣ ਦੀ ਕੋਈ ਉਮੀਦ ਨਹੀਂ ਹੈ। ਤੇ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਹਿਰਦੇ 'ਚ ਫਿਰ ਰੱਬ ਦੇ ਨਾਲ ਜੁੜਨ ਦੀ ਕੋਈ ਉਮੀਦ ਹੀ ਨਹੀਂ ਆ ਕਿ ਅਸੀਂ ਰੱਬ ਦਾ ਮਿਲਾਪ ਹਾਸਲ ਕਰ ਸਕਦੇ ਹਾਂ, ਉਹਦੀ ਅਭੇਦਤਾ ਹਾਸਲ ਕਰ ਸਕਦੇ ਹਾਂ, ਉਹਨਾਂ ਦੇ ਹਿਰਦੇ ਦੀ ਵੀ ਹਾਲਤ ਮੜੀਆਂ ਕਬਰਾਂ ਤੋਂ ਵੱਧ ਕੇ ਕੁਝ ਨਹੀਂ ਹੈ, ਕੁਝ ਨਹੀਂ ਹੈ। ਫਰੀਦਾ ਜਿਤ ਤਨ ਬਿਰੋ ਨਾ ਉਪਜੈ ਸੋ ਤਨ ਜਾਣ, ਜਿਉਂਦਿਆਂ ਪ੍ਰਤੀ ਖਿੱਚ ਹਮੇਸ਼ਾ ਹੁੰਦੀ ਹੈ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਮਾਲਕ ਪ੍ਰਤੀ ਖਿੱਚ ਹਮੇਸ਼ਾ ਹੋਣੀ ਚਾਹੀਦੀ ਹੈ। ਉਹਦਾ ਪਿਆਰ ਹਿਰਦੇ 'ਚ ਹੋਵੇ, ਉਹਨੂੰ ਮਿਲਣ ਦੀ ਤਾਂਘ ਹਿਰਦੇ 'ਚ ਹੋਵੇ। ਭਗਤ ਕਬੀਰ ਸਾਹਿਬ ਕਹਿੰਦੇ ਭਗਤਾਂ ਦੇ ਅੰਦਰ ਐਸੀ ਤਾਂਘ, ਐਸੀ ਖਿੱਚ ਹੁੰਦੀ ਹੈ। ਬੇਸ਼ੱਕ ਸੰਸਾਰੀ ਲੋਕ ਉਸ ਖਿੱਚ ਨੂੰ ਸਮਝ ਨਹੀਂ ਪਾਉਂਦੇ ਹਨ, ਜਿਸ ਕਰਕੇ ਉਹ ਭਗਤ ਨੂੰ ਬੌਰਾ, ਕਮਲਾ ਤੇ ਪਾਗਲ ਵੀ ਕਹਿ ਦਿੰਦੇ ਹਨ। ਕਬੀਰ ਪਾਰਸ ਚੰਦਨ ਤਿਨ ਹੈ ਏਕ ਸੁਗੰਧ। ਅੱਗੇ 77 ਨੰਬਰ ਸ਼ਲੋਕ 'ਚ ਕਬੀਰ ਸਾਹਿਬ ਕਹਿੰਦੇ ਚੰਦਨ ਤੇ ਪਾਰਸ ਇਹਨਾਂ 'ਚ ਗੁਣ ਹੈ। ਚੰਦਨ ਅੰਦਰ ਸੁਗੰਧੀ ਦਾ ਗੁਣ ਹੈ, ਜਿਸ ਗੁਣ ਸਦਕਾ ਉਹ ਨਾਲ ਦੀ ਬਾਕੀ ਬਨਸਪਤੀ ਨੂੰ ਵੀ ਖੁਸ਼ਬੂ ਭਰਪੂਰ ਕਰਦਾ ਹੈ। ਤੇ ਪਾਰਸ ਅੰਦਰ ਗੁਣ ਹੈ ਕਿ 8 ਧਾਤਾਂ ਲੋਹਾ, ਤਾਂਬਾ, ਕਹਿਹਾਂ ਆਦਿ ਇਹ 8 ਧਾਤਾਂ 'ਚੋਂ ਕਿਸੇ ਧਾਤ ਦੇ ਨਾਲ ਪਾਰਸ ਟੱਚ ਕਰ ਲਵੇ ਤੇ ਉਹ ਧਾਤ ਕੰਚਨ ਸੋਨਾ ਬਣਦੀ ਹੈ। ਕਬੀਰ ਪਾਰਸ ਚੰਦਨੈ ਤਿਨ ਹੈ ਏਕ ਸੁਗੰਧ, ਤਿਹ ਮਿਲ ਤੇਊ ਉੱਤਮ ਭਏ ਲੋ ਕਾਟ ਨਿਰਗੰਧ। ਕਬੀਰ ਸਾਹਿਬ ਕਹਿੰਦੇ ਪਾਰਸ 'ਚ ਚੰਦਨ ਨੂੰ ਮਿਲ ਕੇ ਉਹਦੇ ਸਪਰਸ਼ਤਾ ਦੇ ਨਾਲ ਲੋਹਾ ਤੇ ਲੱਕੜ ਦੋਵੇਂ ਗੁਣਵਾਨ ਬਣਦੇ ਹਨ। ਚੰਦਨ ਦੇ ਨਾਲ ਦੀਆਂ ਲੱਕੜਾਂ ਸੁਗੰਧੀ ਭਰਪੂਰ ਹੁੰਦੀਆਂ ਨੇ, ਉਹਨਾਂ ਦਾ ਵੀ ਮੁੱਲ ਚੰਦਨ ਜਿੰਨਾ ਹੀ ਪੈਂਦਾ ਹੈ। ਇਸੇ ਤਰ੍ਹਾਂ ਪਾਰਸ ਦੇ ਸਪਰਸ਼ ਸਦਕਾ ਲੋਹਾ ਸੋਨਾ ਬਣ ਗਿਆ ਤੇ ਕੀਮਤੀ ਬਣ ਗਿਆ। ਇਸੇ ਤਰ੍ਹਾਂ ਗੁਰੂ ਹੈ ਚੰਦਨ, ਗੁਰੂ ਹੈ ਪਾਰਸ, ਤੇ ਜਿਹੜੇ ਫਿਰ ਗੁਰੂ ਰੂਪੀ ਪਾਰਸ ਤੇ ਗੁਰੂ ਰੂਪੀ ਚੰਦਨ ਦੇ ਨਾਲ ਜੁੜਦੇ ਨੇ, ਗੁਰੂ ਰਹਿਮਤ ਕਰਕੇ ਉਹਨਾਂ ਨੂੰ ਵੀ ਗੁਣਵਾਨ, ਮਹਾਨ ਤੇ ਉੱਤਮ ਬਣਾਉਂਦੇ ਹਨ। ਇਸ ਕਰਕੇ ਗੁਰੂ ਨਾਲ ਜੁੜਨਾ ਹੈ, ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ, ਤਾਂ ਕਿ ਅਸੀਂ ਵੀ ਉੱਤਮ ਬਣ ਸਕੀਏ, ਅਸੀਂ ਵੀ ਨਿਰਮਲ ਬਣ ਸਕੀਏ। ਗੁਰ ਦਰਿਆਓ ਸਦਾ ਜਲ ਨਿਰਮਲ, ਮਿਲਿਆ ਦੁਰਮਤ ਮੈਲ ਹਰੇ, ਸਤਿਗੁਰ ਪਾਈਆ ਪੂਰਾ ਨਾਵਣ, ਪਸ਼ੂ ਪ੍ਰੇਤੋਂ ਦੇਵ ਕਰੇ। ਗੁਰੂ ਕਿਰਪਾ ਕਰੇ ਬਲਿਹਾਰੀ ਗੁਰ ਆਪਣੇ, ਦਿਵਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਇਹ ਗੁਰੂ ਕੀਆਂ ਬਖਸ਼ਿਸ਼ਾਂ ਰਹਿਮਤਾਂ ਸਾਡੇ ਤੇ ਵਰਤਣ, ਜੀਵਨ ਸਫਲ ਹੋਵੇ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।